ਅੱਜ ਦੇ ਅੰਮ੍ਰਿਤ ਵੇਲੇ ਦੇ ਪਵਿੱਤਰ ਬਚਨ ਹੁਕਮਨਾਮੇ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਜੋ ਬਾਬਾ ਨਾਮਦੇਵ ਜੀ ਭਵਨ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਆਓ ਆਪਣੀਆਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ। ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀਆਂ ਦੀ ਪਵਿੱਤਰ ਬਾਣੀ, ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 18 ਰਾਗਾਂ ਦੇ ਵਿੱਚ ਬਾਬਾ ਨਾਮਦੇਵ ਜੀ ਦੇ 61 ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਨੇ। ਉਹਨਾਂ ਬਚਨਾਂ ਦੇ ਵਿੱਚੋਂ ਲੜੀਵਾਰ ਰੋਜ਼ਾਨਾ ਇੱਕ ਸ਼ਬਦ ਦੇ ਬਚਨ ਅਤੇ ਕਥਾ ਸਰਵਣ ਕਰੀਏ ਜੀ। ਲਵਾਈਏ ਹਾਜ਼ਰੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਗੌੜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬਚਨ ਜੋ ਅੰਕਿਤ ਕੀਤੇ ਨੇ। ਰਾਗ ਗੌੜੀ ਚੇਤੀ ਬਾਣੀ ਭਗਤ ਨਾਮਦੇਵ ਜੀ ਕੀ, ਇਹ ਪਾਵਨ ਬਚਨ ਰਾਗ ਗੌੜੀ ਦੇ ਵਿੱਚ, ਜਿਸ ਨੂੰ ਰਾਗ ਗੌੜੀ ਚੇਤੀ, ਰਾਗ ਗੌੜੀ ਗਵਾਰੇਰੀ, ਗੌੜੀ ਪੂਰਬੀ, ਰਾਗ ਗੌੜੀ ਦੇ ਇਸ ਚੇਤੀ ਦੇ ਵਿੱਚ ਭਗਤ ਨਾਮਦੇਵ ਜੀ ਦੇ ਅੰਮ੍ਰਿਤ ਬਚਨ ਨੇ, ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਅੰਗ 345 ਅੰਗ ਉੱਪਰ ਭਗਤ ਨਾਮਦੇਵ ਜੀ ਆਪਣੀ ਮੁਬਾਰਕ ਰਸਨਾ ਤੋਂ ਇਹ ਬਚਨ ਬਖਸ਼ਿਸ਼ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਪ੍ਰਭੂ ਪਰਮੇਸ਼ਰ ਦਾ ਮੇਲ ਹੁੰਦਾ ਹੈ। ਅਕਾਲ ਪੁਰਖ ਦੀ ਸਵਾਮੀ ਬੀਠਲ ਦੀ ਕਿਰਪਾ ਦੁਆਰਾ ਭਗਤ ਨਾਮਦੇਵ ਜੀ ਆਪਣੇ ਪ੍ਰੀਤਮ ਪ੍ਰਭੂ ਦੇ ਰੰਗ ਵਿੱਚ ਰਤੇ ਹੋਏ ਉਸ ਦੀਆਂ ਵਡਿਆਈਆਂ ਗਾ ਰਹੇ ਨੇ। ਦੇਵਾ ਪਾਹਨ ਤਾਰੀਅਲੇ, ਦੇਵਾ ਦੇਵਤਿਆਂ ਦਾ ਵੀ ਦੇਵਾ ਪ੍ਰਭੂ ਪਰਮੇਸ਼ਰ ਕਰਤਾ ਪੁਰਖ, ਜਿਸ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਦੇਵਾ ਦੇ ਪ੍ਰਭੂ ਦੇ ਗੁਣ ਗਾਉਂਦੇ ਭਗਤ ਜੀ ਬਖਸ਼ਿਸ਼ ਕਰਦੇ ਨੇ। ਦੇਵਾ ਪਾਹਨ ਤਾਰੀਅਲੇ, ਪਾਹਨ ਪੱਥਰ ਨੂੰ ਕਿਹਾ, ਤਾਰੀਅਲੇ ਤਾਰਨਾ। ਹੇ ਮੇਰੇ ਸਵਾਮੀ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ, ਤੁਸਾਂ ਤਾਂ ਪੱਥਰ ਵੀ ਤਾਰ ਦਿੱਤੇ, ਜਿਨ੍ਹਾਂ ਪੱਥਰਾਂ ਉੱਪਰ ਰਾਮ ਅੱਖਰ ਲਿਖ ਕਰ ਸਮੁੰਦਰ ਦੇ ਵਿੱਚ ਉਹਨਾਂ ਨੂੰ ਤੋਰਿਆ ਗਿਆ ਅਤੇ ਉਹ ਵੀ ਤਰ ਗਏ। ਇਹ ਪਾਵਨ ਬਚਨ ਭਗਤ ਨਾਮਦੇਵ ਜੀ ਦੇ ਨੇ। ਜਦ ਰਾਮਚੰਦਰ ਜੀ ਰਮਾਇਣ ਦਾ ਜ਼ਿਕਰ ਹੈ, ਜਦ ਲੰਕਾ ਨੂੰ ਜਾਣ ਲੱਗੇ ਸਮੁੰਦਰ ਤੋਂ ਰਸਤਾ ਮੰਗਿਆ ਤਾਂ ਸਮੁੰਦਰ ਨੇ ਬੇਨਤੀ ਕੀਤੀ ਕਿ ਮੈਨੂੰ ਮੇਰੇ ਵੱਡੇ ਪੁਰਖਾਂ ਦੀ ਮਰਿਆਦਾ ਦੇ ਵਿੱਚ ਰਹਿਣਾ ਪਵੇਗਾ, ਮੈਂ ਉਲੰਘਣਾ ਨਹੀਂ ਕਰ ਸਕਦਾ, ਕਿਉਂਕਿ ਮੈਂ ਬਚਨਾਂ ਵਿੱਚ ਬੱਧਾ ਹੋਇਆ ਹਾਂ। ਕਿਰਪਾ ਕਰਕੇ ਤੁਹਾਡੇ ਸੈਨਾ ਦੇ ਵਿੱਚ ਵਿਸ਼ਵਕਰਮਾ ਦੇ 2 ਪੁੱਤਰ ਬੈਠੇ ਨੇ, ਨਲ ਅਤੇ ਨੀਲ। ਉਹ ਜਿਸ ਵੀ ਵਸਤੂ ਨੂੰ ਸਪਰਸ਼ ਕਰ ਲੈਣ ਉਹ ਜਲ ਉੱਪਰ ਤਰ ਪੈਂਦੀ ਹੈ, ਡੁੱਬਦੀ ਨਹੀਂ। ਤਾਂ ਰਾਮਚੰਦਰ ਜੀ ਨੇ ਨਲ ਅਤੇ ਨੀਲ ਨੂੰ ਪਾਸ ਬੁਲਾਇਆ ਅਤੇ ਆਖਿਆ ਕਿ ਤੁਹਾਨੂੰ ਇਹ ਸੇਵਾ ਦਿੱਤੀ ਗਈ ਹੈ ਕਿ ਤੁਸੀਂ ਸਮੁੰਦਰ ਉੱਪਰ ਪੁਲ ਬਣਾਓ।
ਨਲ ਅਤੇ ਨੀਲ ਆਗਿਆ ਪਾ ਕਰਕੇ ਜਿਸ ਪੱਥਰ ਨੂੰ ਹੱਥ ਲਾਉਂਦੇ ਨੇ ਅਤੇ ਉੱਪਰ ਰਾਮ ਅਕਸ਼ਰ ਲਿਖ ਦਿੰਦੇ ਨੇ, ਉਹ ਪੱਥਰ ਪਾਣੀ ਉੱਪਰ ਤਰ ਜਾਂਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਉਸ ਸਮੇਂ ਦਾ ਜ਼ਿਕਰ ਕਰਦੇ ਹੋਏ ਭਗਤ ਨਾਮਦੇਵ ਜੀ ਕਹਿੰਦੇ ਨੇ, ਹੇ ਮੇਰੇ ਦੇਵਾ ਪ੍ਰਭੂ, ਤੁਸਾਂ ਨੇ ਤਾਂ ਤੁਹਾਡੇ ਨਾਮ ਦਾ ਲਿਖਿਆ ਹੋਇਆ ਉਹ ਪੱਥਰ ਵੀ ਤਰ ਗਿਆ। ਰਾਮ ਕਹਿਤ ਜਨ ਕਸ ਨਾ ਤਰੇ। ਭਗਤ ਜੀ ਫਰਮਾਨ ਕਰਦੇ ਨੇ, ਰਾਮ ਕਹਿਤ ਜਨ ਕਸ ਨਾ ਤਰੇ। ਅਤੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਉਸ ਰਾਮ ਦਾ ਪ੍ਰਕਾਸ਼ ਹੋ ਗਿਆ, ਉਹ ਕਿਵੇਂ ਨਾ ਤਰੇਗਾ। ਪਰ ਲੋੜ ਹੈ ਉਸ ਪ੍ਰਭੂ ਨੂੰ ਆਪਣੇ ਮਨ ਹਿਰਦੇ ਵਿੱਚ ਇਕਾਗਰਤਾ ਦੇ ਨਾਲ ਵਸਾਉਣ ਦੀ, ਉਹਦੀ ਯਾਦ ਵਿੱਚ ਜੁੜਨ ਦੀ। ਜੋ ਤੇਰੀ ਯਾਦ ਵਿੱਚ ਜੁੜ ਗਏ, ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਬਚਨ ਲਿਖਿਆ ਗਿਆ, ਉਹ ਵੀ ਇਸ ਸੰਸਾਰ ਸਾਗਰ ਤੋਂ ਤਰ ਗਏ। ਰਹਾਉ ਵਿਸਰਾਮ ਦਿੰਦੇ ਭਗਤ ਜੀ ਫਰਮਾਨ ਕਰਦੇ ਨੇ, ਦੇਵ ਤਾਰੀ ਅਲੇ ਗਨ ਕਾ ਬਿਨ ਰੂਪ ਕੁਬਜਾ। ਇਸ ਬਚਨ ਵਿੱਚ ਤਾਰੀ ਲੈ ਗਨਕਾ, ਗਨਕਾ ਇੱਕ ਵੇਸਵਾ ਹੋਈ ਹੈ ਜੋ ਅਮੀਰ ਲੋਕਾਂ ਦੇ ਦਿਲ ਬਹਿਲਾਉਣ ਵਾਲੀ। ਇੱਕ ਦਿਨ ਮਹਾਂਪੁਰਸ਼ਾਂ ਦਾ ਸੰਗ ਹੋ ਗਿਆ। ਕਹਿਣ ਲੱਗੇ, ਤੂੰ ਕੌਣ ਹੈ? ਕਹਿਣ ਲੱਗੀ, ਮੈਂ ਗਨਕਾ ਹਾਂ। ਕੀ ਕੰਮ ਕਰਦੀ ਹੈ? ਜਦ ਕਿਸੇ ਦੇ ਤਾਰਨ ਦਾ ਸਮਾਂ ਆ ਜਾਵੇ ਤਾਂ ਪਰਮੇਸ਼ਰ ਵਿਧੀ ਬਣਾ ਦਿੰਦੇ ਨੇ। ਕਹਿਣ ਲੱਗੀ, ਮੈਂ ਬੜਾ ਵੱਡਾ ਕੁਕਰਮ ਕਰਦੀ ਹਾਂ ਜੋ ਅਮੀਰ ਲੋਕਾਂ ਦੇ ਦਿਲ ਬਹਿਲਾਉਂਦੀ ਹਾਂ। ਤਾਂ ਮਹਾਂਪੁਰਸ਼ ਕਹਿਣ ਲੱਗੇ, ਬਹੁਤ ਗਲਤ ਹੈ, ਇਹ ਤੂੰ ਕੁਕਰਮ ਛੱਡ ਦੇ। ਤਾਂ ਗਨਕਾ ਕਹਿਣ ਲੱਗੀ, ਮੇਰਾ ਇਹ ਪੇਸ਼ਾ ਬਣ ਗਿਆ ਹੈ, ਮੈਂ ਇਸ ਨੂੰ ਛੱਡ ਨਹੀਂ ਸਕਦੀ, ਇਸ ਦੇ ਨਾਲ ਹੀ ਮੇਰਾ ਪਰਿਵਾਰ ਪਲਦਾ ਹੈ। ਤਾਂ ਮਹਾਂਪੁਰਸ਼ ਕਹਿਣ ਲੱਗੇ, ਫਿਰ ਇੱਕ ਤੋਤਾ ਲੈ। ਮਹਾਂਪੁਰਸ਼ਾਂ ਨੇ, ਸੰਤਾਂ ਨੇ ਇੱਕ ਤੋਤਾ ਦੇ ਦਿੱਤਾ ਅਤੇ ਕਿਹਾ ਕਿ ਇਸ ਨੂੰ ਰਾਮ ਪ੍ਰਭੂ ਦੇ ਪਰਮੇਸ਼ਰ ਦੇ ਨਾਮ ਦਾ ਆਰਾਧਨਾ ਕਰਾਇਆ ਕਰ। ਤਾਂ ਉਹ ਪਿੰਜਰਾ ਲੈ ਕੇ ਤੋਤੇ ਵਾਲਾ ਗਨਕਾ ਚਲੀ ਗਈ ਅਤੇ ਰੋਜ਼ਾਨਾ ਉਸ ਪਿੰਜਰੇ ਵਾਲੇ ਤੋਤੇ ਨੂੰ ਰਾਮ ਰਾਮ ਕਹਿ ਕੇ ਬੋਲ ਕੇ ਉਸ ਨੂੰ ਰਾਮ ਬਚਨ ਦੁਹਰਾਉਂਦੀ ਰਹੀ। ਤਾਂ ਇੱਕ ਦਿਨ ਜਦ ਸਮਾਂ ਆਇਆ, ਅਖੀਰਲਾ ਸਵਾਸ ਆਇਆ, ਤਾਂ ਤੋਤੇ ਨੂੰ ਰਾਮ ਕਹਿਣ ਲੱਗੀ ਅਤੇ ਉੱਧਰ ਸਵਾਸ ਪੂਰੇ ਹੋ ਗਏ। ਉਹ ਗਨਕਾ ਵੀ ਤਰ ਗਈ। ਭਗਤ ਜੀ ਕਹਿੰਦੇ ਨੇ, ਤੇਰੇ ਨਾਮ ਦੇ ਨਾਲ ਤਾਂ ਇਹੋ ਜਿਹੇ ਪਾਪੀ ਵੀ ਤਰ ਗਏ। ਬਿਨ ਰੂਪ ਕੁਬਜਾ, ਬਿਨਾਂ ਰੂਪ ਤੋਂ ਰੂਪਹੀਣ ਕੁਬਜਾ। ਇੱਕ ਰਾਜੇ ਕੰਸ ਦੇ ਦਰਬਾਰ ਦੇ ਵਿੱਚ ਇੱਕ ਨੌਜਵਾਨ ਲੜਕੀ ਜੋ ਕੰਸ ਦੇ ਆਸਣ ਦੇ ਉੱਤੇ ਫੁੱਲਾਂ ਦੀ ਛੇਜ ਵਿਛਾਉਂਦੀ ਸੀ, ਰੰਗ ਬਿਰੰਗੇ ਸੁਗੰਧੀ ਵਾਲੇ ਫੁੱਲ ਅਤੇ ਅਤਰ ਛਿੜਕਦੀ ਸੀ। ਉਹ ਨੌਜਵਾਨ ਲੜਕੀ ਸੀ, ਪਰ ਉਸ ਦੇ ਵਿੱਚ ਕੁੱਬ ਸੀ। ਇੱਕ ਦਿਨ ਰਸਤੇ ਵਿੱਚ ਆ ਰਹੀ ਸੀ, ਕ੍ਰਿਸ਼ਨ ਦੇ ਨਾਲ ਮੇਲ ਹੋ ਗਿਆ। ਕ੍ਰਿਸ਼ਨ ਜੀ ਉਸ ਨੂੰ ਰੋਕਿਆ, ਬੁਲਾਇਆ, ਕਿਆ ਕੌਣ ਹੈ? ਕਹਿਣ ਲੱਗੀ, ਮੈਂ ਕੰਸ ਦੀ ਸੇਵਾਦਾਰ ਹਾਂ, ਗੋਲੀ ਹਾਂ। ਉਸ ਵਾਸਤੇ ਇਹ ਸੁੰਦਰ ਫੁੱਲ ਲੈ ਕੇ ਜਾਂਦੀ ਹਾਂ ਅਤੇ ਅਤਰ ਲੈ ਕੇ ਜਾਂਦੀ ਹਾਂ। ਤਾਂ ਕ੍ਰਿਸ਼ਨ ਦੇ ਪ੍ਰੇਮ ਦੇ ਵਿੱਚ ਉਸ ਨੇ ਕੁਝ ਫੁੱਲ ਅਤੇ ਅਤਰ ਕ੍ਰਿਸ਼ਨ ਜੀ ਨੂੰ ਭੇਟ ਕੀਤਾ। ਤਾਂ ਕ੍ਰਿਸ਼ਨ ਜੀ ਨੇ ਰਹਿਮਤ ਵਿੱਚ ਖੁਸ਼ ਹੋ ਕੇ ਉਸ ਦੀ ਬਾਂਹ ਪਕੜ ਕੇ ਇੱਕ ਪੈਰ ਆਪਣਾ ਉਸ ਦੇ ਪੈਰ ਉੱਪਰ ਰੱਖਿਆ ਅਤੇ ਹੱਥ ਦੇ ਨਾਲ ਉਸ ਦੀ ਬਾਂਹ ਪਕੜ ਕੇ ਉਸ ਨੂੰ ਸਿੱਧਾ ਕੀਤਾ ਅਤੇ ਉਸ ਦਾ ਕੁੱਬ ਨਿਕਲ ਗਿਆ ਅਤੇ ਇੱਕ ਸੁੰਦਰ ਨੌਜਵਾਨ ਲੜਕੀ ਦਾ ਰੂਪ ਧਾਰਨ ਕਰ ਲਿਆ। ਤਾਂ ਉਹ ਕ੍ਰਿਸ਼ਨ ਜੀ ਦੇ ਮੇਲ ਦੇ ਨਾਲ ਉਹ ਕੁਬਜਾ ਵੀ ਤਰ ਗਈ। ਬਿਆਦ ਅਜਾਮਲ ਤਾਰੀ ਅਲੇ ਬਿਆਦ,
ਵਿਕਾਰਾਂ ਵਿੱਚ ਫਸਿਆ ਹੋਇਆ ਅਜਾਮਲ। ਅਜਾਮਲ ਇੱਕ ਅਮੀਰ ਮਨੁੱਖ ਸੀ, ਉਹ ਵੀ ਬੜੇ ਕੁਕਰਮ ਕਰਦਾ ਸੀ। ਉਹਦੇ ਕੁਕਰਮਾਂ ਦਾ ਇੰਨਾ ਅੰਤ ਹੋ ਗਿਆ ਕਿ ਲੋਕ ਉਸ ਤੋਂ ਤੰਗ ਆ ਗਏ। ਤਾਂ ਇੱਕ ਦਿਨ ਸੰਤਾਂ ਦਾ ਸੰਗ ਹੋਇਆ ਅਤੇ ਉਸ ਦੇ ਘਰ ਵਿੱਚ ਸੰਤਾਨ ਪੈਦਾ ਹੋਣ ਵਾਲੀ ਸੀ। ਮਹਾਂਪੁਰਸ਼ਾਂ ਨੇ ਕਿਹਾ ਕਿ ਤੇਰੇ ਘਰ ਵਿੱਚ ਪੁੱਤਰ ਹੋਵੇਗਾ ਅਤੇ ਉਸ ਦਾ ਨਾਮ ਨਰੈਣ ਰੱਖ ਦੀ। ਉਸ ਪਾਪੀ ਅਜਾਮਲ ਨੇ ਆਪਣੇ ਪੁੱਤਰ ਦਾ ਨਾਮ ਨਰੈਣ ਰੱਖਿਆ ਅਤੇ ਨਰੈਣ ਕਰਕੇ ਪੁਕਾਰਦਾ। ਨਰੈਣ ਅਕਾਲ ਪੁਰਖ ਦਾ ਨਾਮ ਹੈ, ਵਾਹਿਗੁਰੂ ਦਾ ਨਾਮ ਹੈ। ਇੱਕ ਦਿਨ ਸਮਾਂ ਆਇਆ, ਅਖੀਰਲਾ ਸਵਾਸ ਆਇਆ, ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਨਰੈਣ। ਨਰੈਣ ਰਸਨਾ 'ਤੇ ਹੈ ਅਤੇ ਸਵਾਸ ਪੂਰੇ ਹੋ ਗਏ ਅਤੇ ਨਰੈਣ ਪ੍ਰਭੂ ਦਾ, ਪਰਮੇਸ਼ਰ ਦਾ ਨਾਮ ਰਸਨਾ 'ਤੇ ਉਹ ਵੀ ਤਰ ਗਿਆ। ਭਗਤ ਨਾਮਦੇਵ ਜੀ ਇਹ ਬਚਨ ਉਚਾਰਦੇ ਨੇ ਕਿ ਤੇਰੀ ਕਿਰਪਾ ਦੇ ਨਾਲ ਮੇਰੇ ਸੁਆਮੀ ਵਾਹਿਗੁਰੂ ਜੀ, ਤੇਰਾ ਸਿਮਰਨ ਕਰਕੇ ਗਨਕਾ ਤਰ ਗਈ, ਉਹ ਕੁਬਜਾ ਤਰ ਗਈ, ਅਜਾਮਲ ਪਾਪੀ ਵੀ ਤਰ ਗਿਆ। ਚਰਨ ਬਦਕ ਜਨ ਤੇਉ ਮੁਕਤ ਭਏ, ਚਰਨ ਬਦਕ ਜਨ ਤੇਉ ਮੁਕਤ ਭਏ। ਬਦਕ ਜੋ ਇੱਕ ਪਾਪੀ ਬਦਕ ਸੀ, ਸ਼ਿਕਾਰੀ ਸੀ, ਅਤੇ ਉਸ ਨੇ ਤੀਰ ਛੱਡਿਆ ਅਤੇ ਉਹ ਤੀਰ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਆ ਲੱਗ ਗਿਆ। ਜਦ ਉਹ ਤੀਰ ਚੁੱਕਣ ਆਇਆ ਤਾਂ ਅੱਗੇ ਕ੍ਰਿਸ਼ਨ ਜੀ ਹਾਜ਼ਰ ਨਾਜ਼ਰ ਨੇ। ਜਦ ਚਰਨ ਸਪਰਸ਼ ਹੋਏ ਤਾਂ ਉਹ ਬਦਕ ਪਾਪੀ ਸ਼ਿਕਾਰੀ ਵੀ, ਜੋ ਘਾਤ ਕਰਨ ਵਾਲਾ ਸੀ, ਉਹ ਵੀ ਤਰ ਗਿਆ। ਹਉ ਬਲ ਬਲ ਜਿਨ ਰਾਮ ਕਹੇ। ਭਗਤ ਨਾਮਦੇਵ ਜੀ ਬਚਨ ਉਚਾਰਦੇ ਨੇ ਕਿ ਮੈਂ ਐਸੇ ਪ੍ਰਭੂ ਦੇ ਪਿਆਰਿਆਂ ਦੇ ਤੋਂ ਬਲ ਬਲ ਜਾਵਾਂ, ਬਲਿਹਾਰ ਜਾਵਾਂ, ਜਿਨ੍ਹਾਂ ਨੇ ਇਹ ਮੇਰੇ ਰਾਮ ਪ੍ਰਭੂ ਸੁਆਮੀ ਤੇਰਾ ਸਿਮਰਨ ਕੀਤਾ, ਜੋ ਤੇਰਾ ਸਿਮਰਨ ਕਰਕੇ ਇਸ ਸੰਸਾਰ ਸਾਗਰ ਤੋਂ ਤਰ ਗਏ। ਮੈਂ ਉਹਨਾਂ ਤੋਂ ਵਾਰਨੇ ਬਲਿਹਾਰਨੇ ਜਾਵਾਂ। ਦਾਸੀ ਸੁਤ ਜਨ ਬਿਦਰ ਸੁਦਾਮਾ। ਦਾਸੀ ਸੁਤ ਜਨ ਬਿਦਰ ਸੁਦਾਮਾ। ਇੱਕ ਗੋਲੀ ਦਾਸੀ ਸੇਵਾਦਾਰਨੀ, ਉਸ ਦੇ ਉਦਰ ਤੋਂ ਬਿਦਰ ਦਾ ਜਨਮ ਹੋਇਆ। ਜੋ ਬਿਦਰ ਸੀ ਉਹ ਜਦ ਜਵਾਨ ਹੋਇਆ ਤਾਂ ਕ੍ਰਿਸ਼ਨ ਜੀ ਦੇ ਨਾਲ ਉਸ ਦੀ ਮੁਲਾਕਾਤ ਹੋਈ ਅਤੇ ਕ੍ਰਿਸ਼ਨ ਜੀ ਦੇ ਜਦ ਮੁਲਾਕਾਤ ਹੋਣ 'ਤੇ ਇੰਨਾ ਪ੍ਰਭਾਵਿਤ ਹੋਇਆ ਕਿ ਭਗਵਾਨ ਦੇ ਚਰਨਾਂ ਦਾ ਭਵਰਾ ਬਣ ਗਿਆ। ਸੇਵਾ ਕਰਨ ਲੱਗਿਆ, ਸਿਮਰਨ ਕਰਨ ਲੱਗਿਆ ਅਤੇ ਉਹ ਵੀ ਤਰ ਗਿਆ। ਸੁਦਾਮਾ ਉਗਰ ਸੈਣ ਕੋ ਰਾਜ ਦੀਏ। ਦਾਸੀ ਸੁਤ ਜਨ ਬਿਦਰ ਸੁਦਾਮਾ। ਸੁਦਾਮਾ ਇੱਕ ਗਰੀਬ ਪੰਡਤ ਸੀ ਜੋ ਕ੍ਰਿਸ਼ਨ ਜੀ ਦਾ ਹਮ ਉਮਰ ਸੀ। ਇਕੱਠੇ ਖੇਲੇ ਸਨ, ਇਕੱਠੇ ਖੇਲਦਿਆਂ ਅਤੇ ਐਸੀ ਕਿਰਪਾ ਕੀਤੀ ਕ੍ਰਿਸ਼ਨ ਜੀ ਨੇ ਕਿ ਉਹ ਸੁਦਾਮਾ ਵੀ ਤਰ ਗਿਆ। ਇਤਿਹਾਸ ਪੜ੍ਹੀਏ ਤਾਂ ਬੜਾ ਲੰਮਾ ਇਤਿਹਾਸ ਹੈ ਸੁਦਾਮਾ ਜੀ ਦਾ ਪ੍ਰੇਮ, ਅਤੇ ਕ੍ਰਿਸ਼ਨ ਜੀ ਦੇ ਪ੍ਰੇਮ ਨੂੰ ਵੇਖ ਕੇ ਸਿਰ ਝੁਕ ਜਾਂਦਾ ਹੈ ਕਿ ਸੁਦਾਮਾ ਇਹਨਾਂ ਨਿਮਰਤਾ ਵਾਲਾ, ਜਿਸ ਨੇ ਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਅਤੇ ਕ੍ਰਿਸ਼ਨ ਜੀ ਦੀ ਸੇਵਾ ਕਰਕੇ ਸਭ ਪਦਾਰਥ ਪ੍ਰਾਪਤ ਕਰ ਲਏ। ਉਗਰ ਸੈਣ ਕੋ ਰਾਜ ਦੀਏ। ਉਗਰ ਸੈਣ ਕੰਸ ਦਾ ਪਿਤਾ, ਜੋ ਰਾਜ ਭਾਗ ਕਰਦਾ ਸੀ, ਰਾਜ ਭੋਗ ਕਰਦਿਆਂ ਬਿਰਧ ਹੋ ਗਿਆ ਅਤੇ ਇੱਧਰ ਕੰਸ ਜਵਾਨ ਹੋ ਗਿਆ। ਕੰਸ ਆਪਣੀ ਤਾਕਤ ਦੇ ਨਾਲ, ਆਪਣੇ ਹੰਕਾਰ ਦੇ ਨਾਲ ਆਪਣੇ ਪਿਤਾ ਨੂੰ ਉਸਨੇ ਰਾਜ ਗੱਦੀ ਤੋਂ ਉਤਾਰ ਦਿੱਤਾ ਅਤੇ ਕੈਦ ਕਰ ਦਿੱਤਾ ਅਤੇ ਆਪ ਰਾਜ ਭਾਗ ਭੋਗਣ ਲੱਗਾ। ਰਾਜ ਗੱਦੀ 'ਤੇ ਕੰਸ ਆ ਬੈਠ ਗਿਆ ਤਾਂ ਉਸ ਦੇ
ਜ਼ੁਲਮ ਦੀ ਹੱਦ ਨਾ ਰਹੀ। ਇਹਨਾਂ ਜ਼ੁਲਮ ਕੀਤਾ ਸੰਸਾਰ 'ਤੇ, ਰਾਜ ਪ੍ਰਜਾ ਦੇ ਉੱਤੇ, ਤਾਂ ਕ੍ਰਿਸ਼ਨ ਜੀ ਨੇ ਉਸ ਦਾ ਉਧਾਰ ਕੀਤਾ। ਉਸ ਨੂੰ ਮਾਰ ਕੇ, ਉਸ ਦਾ ਵਧ ਕਰਕੇ ਉਗਰਸੈਨ ਕੋ ਰਾਜ ਦਿਗੇ ਅਤੇ ਕੰਸ ਦੇ ਪਿਤਾ ਨੂੰ ਆਜ਼ਾਦ ਕਰਾਇਆ ਅਤੇ ਰਾਜ ਭਾਗ ਦੀ ਗੱਦੀ ਕੰਸ ਦੇ ਪਿਤਾ ਨੂੰ ਵਾਪਸ ਫਿਰ ਬਖਸ਼ ਦਿੱਤੀ। ਜਪਹੀਨ ਤਪਹੀਨ ਕੁਲਹੀਨ ਕਰਮਹੀਨ। ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ। ਜਪਹੀਨ, ਜਿਸ ਨੇ ਕੋਈ ਜਪ ਤਪ ਨਹੀਂ ਕੀਤਾ, ਜਪ ਤਪ ਤੋਂ ਹੀਣੇ ਨੇ, ਨਾ ਅੰਮ੍ਰਿਤ ਵੇਲੇ ਜਾਗੇ, ਨਾ ਸੇਵਾ, ਨਾ ਸਿਮਰਨ, ਨਾ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ। ਕੁਲਹੀਨ, ਉਹ ਕੁਲ ਦੇ ਵੀ ਹੀਣੇ ਨੇ। ਉਹਨਾਂ ਦਾ ਜਨਮ ਵੀ, ਜਿਹੜਾ ਕੋਈ ਸਿਮਰਨ ਨਹੀਂ ਕਰਦਾ, ਭਾਵੇਂ ਉਹ ਰਾਜ ਭਾਗ ਦੀ ਗੱਦੀ 'ਤੇ ਬੈਠਾ ਹੈ, ਭਾਵੇਂ ਉੱਚ ਕੁਲ ਵਿੱਚ ਉਹਦਾ ਜਨਮ ਹੋਇਆ ਹੈ, ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਸਿਮਰਨ ਨਹੀਂ, ਉਹ ਭਾਵੇਂ ਕਿੰਨੀ ਉੱਚੀ ਕੁਲ ਵਿੱਚ ਪੈਦਾ ਹੋਇਆ ਹੈ, ਉਹ ਕੁਲਹੀਣ ਹੈ ਅਤੇ ਕਰਮਹੀਣ ਵੀ ਹੈ। ਉਹ ਕਰਮਾਂ ਦਾ ਵੀ ਹੀਣਾ ਹੈ ਅਤੇ ਕੁਲ ਵੀ ਭਾਵੇਂ ਉਹਦੀ ਕਿੰਨੀ ਉੱਚੀ ਹੈ, ਪਰ ਉਹ ਕੁਲ ਦਾ ਵੀ ਹੀਣਾ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਖਜ਼ਾਨਾ ਨਹੀਂ। ਨਾਮੇ ਕੇ ਸੁਆਮੀ ਤੇ ਉਤਰੈ ਪਾਤਸ਼ਾਹ। ਪਰ ਜੇ ਕਿਤੇ ਉਹਨਾਂ ਨੇ ਪਰਮੇਸ਼ਰ ਦੀ ਯਾਦ ਵਿੱਚ ਕੁਝ ਸਮਾਂ ਬਤੀਤ ਕਰ ਲਿਆ, ਇੱਕ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਕਬੀਰ ਸਾਹਿਬ ਜੀ ਦੇ ਬਚਨ ਨੇ ਕਿ ਜੇ ਕਿਤੇ ਜਪਹੀਣ ਤਪਹੀਣ ਕੁਲਹੀਣ ਕਰਮਹੀਣ ਇਹਨਾਂ ਵਿੱਚ ਰਹਿੰਦਾ ਹੋਇਆ ਮਨੁੱਖ ਜੇ ਕਿਤੇ ਇੱਕ ਘੜੀ ਅਤੇ ਉਦੋਂ ਵੀ ਜਾਂ ਅੱਧੀ ਅਤੇ ਉਦੋਂ ਵੀ ਅੱਧੀ ਕਿਤੇ ਕੁਝ ਸਮਾਂ ਪਰਮੇਸ਼ਰ ਦੀ ਯਾਦ ਵਿੱਚ ਜਿਨ੍ਹਾਂ ਦਾ ਮਨ ਲੱਗ ਗਿਆ, ਇਹ ਮੇਰੇ ਸੁਆਮੀ ਬੀਠਲ ਵਾਹਿਗੁਰੂ, ਉਹ ਵੀ ਸੰਸਾਰ ਸਾਗਰ ਤੋਂ ਤਰ ਗਏ। ਅੱਜ ਦੇ ਪਾਵਨ ਬਚਨ ਰਾਗ ਗੌੜੀ ਛੇਤੀ ਦੇ ਵਿੱਚ ਭਗਤ ਨਾਮਦੇਵ ਜੀਆਂ ਦੇ ਪਵਿੱਤਰ ਬਚਨ, ਜੋ ਸਾਹਿਬਾਂ ਦੇ ਪਾਵਨ ਪਵਿੱਤਰ ਅੰਗ 345 ਅੰਗ ਉੱਪਰ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਨਕਾ ਮਾਤਰ ਸਾਡੇ ਕਲਯੁਗੀ ਜੀਵਾਂ ਦੇ ਮਨ ਹਿਰਦੇ ਵਿੱਚ ਬਚਨ ਵਸ ਜਾਣ। ਸਾਡਾ ਵੀ ਉਹਨਾਂ ਪਾਪੀਆਂ ਗਨਕਾ ਕੁਬਜਾ ਅਜਾਮਲ ਵਰਗਿਆਂ ਵਾਂਗ ਸਾਡਾ ਵੀ ਜੀਵਨ ਕਿਤੇ ਸਫਲ ਹੋ ਜਾਵੇ। ਸਾਡਾ ਜੀਵਨ ਵੀ ਸੰਸਾਰ ਵਿੱਚ ਆਇਆ ਲੋਕ ਸੁਖੀਏ, ਪਰ ਲੋਕ ਸੁਹੇਲੀ ਦੀ ਅਵਸਥਾ ਬਣ ਜਾਵੇ। ਸਤਿਗੁਰੂ ਕਿਰਪਾ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸੇ ਅੰਮ੍ਰਿਤ ਵੇਲੇ ਦੇ ਜਾਗਣੇ, ਨਿਤਨੇਮ ਦੀਆਂ ਦਾਤਾਂ, ਗੁਰੂ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕਰ ਦੇਣ ਸਤਿਗੁਰੂ ਜੀ। ਸਤਿਗੁਰੂ ਰਹਿਮਤਾਂ ਕਰਨ। ਪਾਤਸ਼ਾਹ ਜੀ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਬਾਣੀ ਦਾ ਜਾਪ ਜਪਦਿਆਂ, ਨਿਤਨੇਮ ਕਰਦਿਆਂ, ਗੁਰਬਤ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲੈਣ। ਅੱਗੇ ਤੋਂ ਸਮੱਤ ਬਖਸ਼ਣ, ਲੇਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸਤਿਗੁਰੂ ਕਿਰਪਾ ਕਰਨ। ਆਓ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਪ੍ਰਾਪਤ ਕਰਦੇ ਹੋਏ ਲਵਾਗੇ ਹਾਜ਼ਰੀਆਂ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਇ ਸਮਾਲਕ ਪ੍ਰਭੂ ਦਾ ਜਪੀਏ ਜਾਪ। ਸਾਰੀ ਸੰਗਤ ਜਪੋ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ।